ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਭਲਕੇ 16 ਦਸੰਬਰ ਨੂੰ ਹੋਵੇਗੀ ਮੋਦੀ ਕੈਬਨਿਟ ਦੀ ਬੈਠਕ। ਮੀਟਿੰਗ 'ਚ ਨਵੇਂ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਹੋ ਸਕਦੀ ਹੈ ਚਰਚਾ। ਖੇਤੀਬਾੜੀ ਮੰਤਰੀ ਤੋਮਰ ਦਾ ਬਿਆਨ, ਕਿਸਾਨਾਂ ਨਾਲ ਗੱਲਬਾਤ ਲਈ ਸਰਕਾਰ ਹਮੇਸ਼ਾ ਤਿਆਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫੇਰ ਖੇਤੀ ਕਾਨੂੰਨਾਂ ਨੂੰ ਦੱਸਿਆ ਕਿਸਾਨਾਂ ਲਈ ਲਾਹੇਵੰਦ। ਪ੍ਰਧਾਨ ਮੰਤਰੀ ਮੁਤਾਬਕ ਦਿੱਲੀ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵਿਰੋਧੀ ਧਿਰਾਂ ਭੜਕਾ ਰਹੀਆਂ ਨੇ। ਗੁਜਰਾਤ ਦੇ ਕੱਛ 'ਚ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ ਪ੍ਰਧਾਨ ਮੰਤਰੀ ਮੋਦੀ। ਦਿੱਲੀ ਦੇ ਟਿਕਰੀ ਬਾਰਡਰ ਤੇ ਕੱਲ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰ ਕਰਨਗੇ ਰੋਸ ਪ੍ਰਦਰਸ਼ਨ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਮੁਤਾਬਕ ਕਰੀਬ 3000 ਪਰਿਵਾਰ ਲੈਣਗੇ ਰੋਸ ਪ੍ਰਦਰਸ਼ਨ 'ਚ ਹਿੱਸਾ। ਸਰਕਾਰ ਨੂੰ ਵਿਖਾਈ ਜਾਵੇਗੀ ਕਿਸਾਨੀ ਧੰਦੇ ਨਾਲ ਜੁੜੇ ਪਰਿਵਾਰਾਂ ਦੀ ਅਸਲ ਤਸਵੀਰ। ਮੋਦੀ ਸਰਕਾਰ ਤੇ ਭੜਕਿਆ ਸਿੱਖ ਰੈਜੀਮੈਂਟ ਦਾ ਜਵਾਨ, ਬਠਿੰਡੇ ਵਿਖੇ ਲਿਆ ਰੋਸ ਪ੍ਰਦਰਸ਼ਨ 'ਚ ਹਿੱਸਾ। ਫੌਜੀ ਨੇ ਹੱਥ 'ਚ ਫੜੇ ਪੋਸਟਰ ਤੇ ਲਿਖਿਆ, ਜੇਕਰ ਮੇਰਾ ਪਿਤਾ ਅੱਤਵਾਦੀ ਤਾਂ ਮੈਂ ਵੀ ਹਾਂ ਅੱਤਵਾਦੀ। ਅਤੇ ਇੱਕ ਦਿੱਲੀ ਦੇ ਧਰਨੇ ਤੋਂ ਵਾਪਸ ਪਰਤ ਰਹੇ ਕਿਸਾਨਾਂ ਦੀ ਟਰੈਕਟਰ ਟਰਾਲੀ ਨਾਲ ਵਾਪਰਿਆ ਹਾਦਸਾ। ਟਰੱਕ ਨੇ ਮਾਰੀ ਟਰੈਕਟਰ ਟਰਾਲੀ 'ਚ ਟੱਕਰ, 2 ਕਿਸਾਨਾਂ ਦੀ ਹੋਈ ਮੌਤ, ਕਈ ਜ਼ਖਮੀ। ਤੇ ਹੁਣ ਖਬਰਾਂ ਦਾ ਵਿਸਥਾਰ। ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦਰਮਿਆਨ ਭਲਕੇ 16 ਦਸੰਬਰ ਨੂੰ ਮੋਦੀ ਕੈਬਨਿਟ ਦੀ ਬੈਠਕ ਸੱਦੀ ਗਈ ਹੈ। ਇਹ ਬੈਠਕ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਇਸ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਮੰਥਨ ਕੀਤਾ ਜਾਵੇਗਾ। ਇਹ ਬੈਠਕ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇਗੀ। ਇਸ ਬੈਠਕ 'ਚ ਕਿਸਾਨੀ ਮੁੱਦੇ ਦਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਇਸ 'ਚ ਕੋਈ ਸਿੱਟਾ ਨਹੀਂ ਨਿਕਲਿਆ। ਹਾਲਾਂਕਿ ਕਿਸਾਨਾਂ ਨੂੰ ਮਨਾਉਣ ਲਈ ਸਰਕਾਰ ਨੇ ਲਿਖਤੀ ਤਜਵੀਜ਼ਾਂ ਵੀ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ। ਕਿਸਾਨ 3 ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬਜ਼ਿੱਦ ਨੇ। ਕਾਨੂੰਨਾਂ 'ਚ ਸੋਧ ਕਿਸਾਨਾਂ ਨੂੰ ਮਨਜ਼ੂਰ ਨਹੀਂ। ਉਧਰ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਕਿਸਾਨਾਂ ਦਾ ਅੰਦੋਲਨ ਅੱਜ 20ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ। ਕੜਾਕੇ ਦੀ ਠੰਡ 'ਚ ਹਜ਼ਾਰਾਂ ਕਿਸਾਨ ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦ ਤੇ ਡਟੇ ਹੋਏ ਨੇ। ਸਰਕਾਰ ਕਿਸਾਨਾਂ ਨੂੰ ਸਮਝਾਉਣ ਤੇ ਮਨਾਉਣ ਦੀ ਕਾਫੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਮੰਨਣ ਨੂੰ ਤਿਆਰ ਨਹੀਂ। ਉੱਥੇ ਹੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਦੀ ਅਗਲੀ ਤਾਰੀਖ ਤੈਅ ਕਰਨ ਲਈ ਸਰਕਾਰ ਉਹਨਾਂ ਨਾਲ ਸੰਪਰਕ 'ਚ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਸਮੇਂ ਗੱਲਬਾਤ ਲਈ ਤਿਆਰ ਹੈ। ਕਿਸਾਨ ਨੇਤਾਵਾਂ ਨੂੰ ਤੈਅ ਕਰਕੇ ਦੱਸਣਾ ਹੈ ਕਿ ਉਹ ਅਗਲੀ ਬੈਠਕ ਲਈ ਕਦੋਂ ਤਿਆਰ ਨੇ। ਉਧਰ ਗੁਜਰਾਤ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕੱਛ 'ਚ ਇੱਕ ਪ੍ਰੋਗਰਾਮ ਤੋਂ ਬਾਅਦ ਸਿੱਖ ਅਤੇ ਪੰਜਾਬੀ ਭਾਈਚਾਰੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਦਿੱਲੀ ਅੰਦੋਲਨ 'ਚ ਬੈਠੇ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਬਣਾਏ ਗਏ ਨੇ, ਪਰ ਵਿਰੋਧੀ ਧਿਰ ਕਿਸਾਨਾਂ ਨੂੰ ਭੜਕਾ ਰਹੀ ਹੈ ਕਿਉਂਕਿ ਉਹ ਆਪਣੇ ਸਮੇਂ ਤੇ ਇਹ ਕਾਨੂੰਨ ਲਾਗੂ ਨਹੀਂ ਕਰ ਸਕੇ। ਹੁਣ ਜਦੋਂ ਦੇਸ਼ ਨੇ ਇਤਿਹਾਸਕ ਕਦਮ ਚੁੱਕਿਆ ਹੈ ਤਾਂ ਇਹ ਪਾਰਟੀਆਂ ਕਿਸਾਨਾਂ ਨੂੰ ਭੜਕਾ ਰਹੀਆਂ ਨੇ। साथियों, हाल में हुए कृषि सुधारों की मांग बरसों से की जा रही थी। अनेक किसान संगठन भी पहले ही मांग करते थे कि अनाज को कहीं पर भी बेचने का विकल्प दिया जाए। आज जो लोग विपक्ष में बैठकर किसानों को भ्रमित कर रहे हैं, वो भी अपनी सरकार के समय इन कृषि सुधारों के समर्थन में थे, लेकिन अपनी सरकार के रहते वो निर्णय नहीं ले पाए, किसानों को झूठे दिलासे देते रहे। आज जब देश ने यह ऐतिहासिक कदम उठा लिया तो यही लोग किसानों को भ्रमित करने में जुट गए हैं। मैं अपने किसान भाई बहनों से फिर एक बार कह रहा हूं, बार बार दोहराता हूं कि उनकी हर शंका के समाधान के लिए सरकार 24 घंटे तैयार है। किसानों का हित पहले दिन से हमारी सरकार की सर्वोच्च प्राथमिकताओं में से एक रहा है। खेती पर किसानों का खर्च कम हो, उन्हें नए नए विकल्प मिले, उनकी आय बढ़े, किसानों की मुश्किलें कम हो, इसके लिए हमने निरंतर काम किया है। मुझे विश्वास है हमारी सरकार की ईमानदार नीयत, हमारी सरकार के ईमानदार प्रयास और जिसको करीब करीब पूरे देश ने आशीर्वाद दिए हैं, देश के हर कोने के किसानों ने आशीर्वाद दिए हैं,
मुझे विश्वास है कि किसानों के आशीर्वाद की ये ताकत, देश भर के किसानों के आशीर्वाद की ताकत, जो भ्रम फैलाने वाले लोग हैं, जो राजनीति करने पर तुले हुए लोग हैं, जो किसानों के कंधे पर बंदूकें फोड़ रहे हैं, देश के सारे जागरूक किसान उनको भी परास्त करके रहेंगे। ਦਿੱਲੀ ਦੇ ਟਿਕਰੀ ਬਾਰਡਰ ਤੇ ਕੱਲ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਪ੍ਰਦਰਸ਼ਨ 'ਚ ਉਹ ਪਰਿਵਾਰ ਵੀ ਸ਼ਾਮਲ ਹੋਣਗੇ ਜਿਨ੍ਹਾਂ ਦੇ ਜੀ ਕਿਸਾਨੀ ਕਰਜ਼ੇ ਕਾਰਨ ਖੁਦਕੁਸ਼ੀ ਕਰ ਚੁੱਕੇ ਨੇ। ਇਸ ਗੱਲ ਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦਿੱਤੀ। ਉਗਰਾਹਾਂ ਮੁਤਾਬਕ ਕੱਲ ਦੇ ਰੋਸ ਪ੍ਰਦਰਸ਼ਨ 'ਚ ਅਜਿਹੇ 3000 ਦੇ ਕਰੀਬ ਪਰਿਵਾਰ ਹਿੱਸਾ ਲੈਣਗੇ। ਇਸ ਦਾ ਮਕਸਦ ਸਰਕਾਰ ਨੂੰ ਸੰਦੇਸ਼ ਦੇਣਾ ਹੈ ਕਿ ਕਿਸਾਨੀ ਪਹਿਲਾਂ ਹੀ ਘਾਟੇ ਵਾਲਾ ਸੌਦਾ ਹੈ ਤੇ ਜੇਕਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਆਉਣ ਵਾਲੇ ਸਮੇਂ 'ਚ ਕਿਸਾਨ ਖੁਦਕੁਸ਼ੀਆਂ ਦਾ ਅੰਕੜਾ ਹੋਰ ਵੱਧ ਸਕਦਾ ਹੈ। ਕੱਲ੍ਹ ਨੂੰ 16 ਤਰੀਕ ਹੈ। 16 ਤਰੀਕ ਨੂੰ ਅਸੀਂ ਟਿਕਰੀ ਬਾਰਡਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਗਰ ਦੇ ਵਿੱਚ ਜਿਹੜੀ ਸਟੇਜ ਲੱਗਣੀ ਹੈ, ਉੱਥੇ ਅਸੀਂ ਪੀੜਤ ਪਰਿਵਾਰਾਂ ਨੇ, ਜਿਹੜੇ ਖੁਦਕੁਸ਼ੀ ਤੋਂ ਪੀੜਤ ਪਰਿਵਾਰ ਨੇ, ਉਹਨਾਂ ਦੇ ਘਰ ਦੀਆਂ ਔਰਤਾਂ ਨੂੰ ਇੱਥੇ ਬੁਲਾ ਰਹੇ ਹਾਂ, ਜਿਨ੍ਹਾਂ ਦੀ ਗਿਣਤੀ 3000 ਦੇ ਲਗਭਗ ਹੋਊਗੀ। ਉਹ ਜਿਹੜੇ ਉਹਨਾਂ ਦੇ ਘਰ ਦੇ ਮੈਂਬਰ ਖੁਦਕੁਸ਼ੀ ਕਰ ਗਏ ਨੇ ਆਰਥਿਕ ਤੰਗੀਆਂ ਕਰਕੇ, ਉਹਨਾਂ ਦਾ ਇੱਕ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ ਮੋਰਚੇ 'ਚ, ਸਰਕਾਰ ਨੂੰ ਇਹ ਸੁਨੇਹਾ ਦੇਣ ਦੀ ਖਾਤਰ ਕਿ ਖੇਤੀ ਧੰਦਾ ਜਿਹੜਾ ਪਹਿਲਾਂ ਹੀ ਘਾਟੇ 'ਚ ਹੈ, ਉਹਦੀ ਆਰਥਿਕਤਾ ਖੇਤੀ ਕਰਨ ਵਾਲਿਆਂ ਦੀ ਇੰਨੀ ਮਾੜੀ ਹੈ ਵੀ ਖੇਤੀ ਦੀ ਆਮਦਨ 'ਚੋਂ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ, ਘਰ ਦੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਉਹ ਆਪਦੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਦੀ ਖਾਤਰ ਕਰਜ਼ੇ ਚੱਕਦੇ ਨੇ, ਬੈਂਕਾਂ 'ਚੋਂ ਚੱਕਦੇ ਨੇ, ਆੜ੍ਹਤੀਆਂ 'ਚੋਂ ਚੱਕਦੇ ਨੇ। ਜਦੋਂ ਕਰਜ਼ੇ ਵੱਧ ਚੜ੍ਹ ਜਾਂਦੇ ਨੇ ਫਿਰ ਜ਼ਮੀਨਾਂ ਵਿਕਦੀਆਂ ਨੇ ਉਹਨਾਂ ਦੀਆਂ। ਜਦੋਂ ਜ਼ਮੀਨਾਂ ਵਿਕ ਜਾਂਦੀਆਂ ਨੇ ਤਾਂ ਇੱਕ ਸਟੇਜ ਇਹ ਆਉਂਦੀ ਹੈ ਕਿ ਉਹਨਾਂ ਦੇ ਸਟੇਟਸ ਨੂੰ ਖਤਰਾ ਪਹੁੰਚਦਾ। ਜਦੋਂ ਉਹ ਸਮਾਜ ਦੇ ਵਿੱਚੋਂ ਜਦੋਂ ਨਿਖੜਦੇ ਨੇ, ਉਦੋਂ ਸਾਰਾ ਕੁਝ ਨਹੀਂ ਗੁਆਚਿਆ ਹੁੰਦਾ, ਬਸ ਉਦੋਂ ਇੱਕ ਅਣਖਾਂ ਦੇ ਦੌਰ ਚੱਲਦੇ ਨੇ ਕਿ ਮੈਂ ਪਹਿਲਾਂ ਕੀ ਸੀ, ਅੱਜ ਮੇਰਾ ਕੀ ਬਣ ਗਿਆ। ਉਹ ਜਲਾਲਤ ਵਾਲੀ ਹਾਲਤ ਦੇ ਵਿੱਚ ਜਿਹੜੇ ਕਿਸਾਨ ਨੇ ਖੁਦਕੁਸ਼ੀਆਂ ਕਰ ਜਾਂਦੇ ਨੇ, ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਇੱਥੇ ਬੁਲਾ ਰਹੇ ਹਾਂ। ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਕਿਸਾਨ ਤਾਂ ਸੰਘਰਸ਼ ਕਰ ਹੀ ਰਹੇ ਸਨ, ਹੁਣ ਕਿਸਾਨਾਂ ਦੇ ਫੌਜੀ ਪੁੱਤ ਵੀ ਮੋਰਚੇ ਤੇ ਡਟ ਗਏ ਨੇ। ਇਹਨਾਂ ਪੁੱਤਾਂ ਨੂੰ ਇਸ ਗੱਲ ਤੇ ਸਭ ਤੋਂ ਵੱਧ ਇਤਰਾਜ਼ ਹੈ ਕਿ ਉਹਨਾਂ ਦੇ ਪਿਤਾਵਾਂ ਨੂੰ ਕਿਉਂ ਅੱਤਵਾਦੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ। ਬਠਿੰਡਾ ਵਿਖੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ 'ਚ ਸ਼ਾਮਲ ਇੱਕ ਫੌਜੀ ਜਵਾਨ ਦੀ ਵੀਡੀਓ ਇਸ ਸਮੇਂ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸਨੇ ਆਪਣੇ ਹੱਥ ਵਿੱਚ ਇੱਕ ਪੋਸਟਰ ਫੜਿਆ ਹੋਇਆ ਹੈ। ਉਸ ਪੋਸਟਰ ਤੇ ਲਿਖਿਆ ਹੈ ਕਿ ਜੇਕਰ ਮੇਰੇ ਕਿਸਾਨ ਪਿਤਾ ਅੱਤਵਾਦੀ ਨੇ ਤਾਂ ਮੈਂ ਵੀ ਅੱਤਵਾਦੀ ਹਾਂ। ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਤਾਰ-ਪੀੜੋ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ। ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਵੰਡਣ ਦੀ ਨੀਤੀ ਬਣਾਈ ਜਾ ਰਹੀ ਹੈ। ਦਿੱਲੀ ਬਾਰਡਰ ਤੇ ਧਰਨੇ ਦੇ ਰਹੇ ਕਿਸਾਨਾਂ ਨੂੰ ਬੀਜੇਪੀ ਸਮਰਥਕਾਂ ਵੱਲੋਂ ਕਦੇ ਅੱਤਵਾਦੀ, ਕਦੇ ਖਾਲਿਸਤਾਨੀ ਤੇ ਕਦੇ ਪਾਕਿਸਤਾਨੀ ਕਿਹਾ ਜਾ ਰਿਹਾ ਹੈ। ਇੱਥੋਂ ਤੱਕ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਖਾਲਿਸਤਾਨੀ ਸੰਗਠਨਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਚਲਾਉਣ ਲਈ ਫੰਡਿੰਗ ਕੀਤੀ ਜਾ ਰਹੀ ਹੈ। ਪਰ ਦਿੱਲੀ ਬਾਰਡਰ ਤੇ ਧਰਨੇ ਦੇ ਰਹੇ ਬਹੁਤਿਆਂ ਕਿਸਾਨਾਂ ਦੇ ਪੁੱਤਰ ਅਜਿਹੇ ਹਨ ਜੋ ਭਾਰਤੀ ਫੌਜ ਵਿੱਚ ਭਰਤੀ ਨੇ। ਉਹ ਹਮੇਸ਼ਾ ਦੇਸ਼ ਦੀ ਸਰਹੱਦ ਤੇ ਆਪਣੀ ਜਾਨ ਵਾਰਨ ਲਈ ਤਿਆਰ ਰਹਿੰਦੇ ਨੇ। ਅਜਿਹੇ 'ਚ ਉਹਨਾਂ ਫੌਜੀਆਂ ਦਾ ਵੀ ਹੁਣ ਖੂਨ ਖੋਲ ਉੱਠਿਆ, ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਜਵਾਨ ਹੱਥ 'ਚ ਪੋਸਟਰ ਲੈ ਕੇ ਜੀਪ ਅੱਗੇ ਖੜਾ ਨਜ਼ਰ ਆ ਰਿਹਾ ਹੈ। ਸਿੱਖ ਰੈਜੀਮੈਂਟ ਦਾ ਇਹ ਜਵਾਨ ਜਤਿੰਦਰ ਸਿੰਘ ਬਠਿੰਡਾ ਦਾ ਰਹਿਣ ਵਾਲਾ ਹੈ। ਉਸਦੇ ਪੋਸਟਰ ਤੇ ਲਿਖਿਆ ਹੋਇਆ ਕਿ ਮੇਰਾ ਪਿਤਾ ਇੱਕ ਕਿਸਾਨ ਹੈ, ਜੇ ਉਹ ਅੱਤਵਾਦੀ ਹੈ ਤਾਂ ਮੈਂ ਵੀ ਅੱਤਵਾਦੀ ਹਾਂ। ਜਤਿੰਦਰ ਸਿੰਘ ਲੰਘੇ ਕੱਲ੍ਹ ਬਠਿੰਡਾ 'ਚ ਕਿਸਾਨਾਂ ਵੱਲੋਂ ਕੱਢੇ ਗਏ ਰੋਸ ਮਾਰਚ ਵਿੱਚ ਸ਼ਾਮਲ ਹੋਇਆ। ਉਸਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਨਵੇਂ ਖੇਤੀ ਕਾਨੂੰਨਾਂ ਪ੍ਰਤੀ ਗੁੱਸਾ ਉਸਦੇ ਚਿਹਰੇ ਤੋਂ ਸਾਫ਼ ਝਲਕ ਰਿਹਾ ਸੀ। ਬਾਕੀ ਕਿਸਾਨਾਂ ਦੀ ਤਰ੍ਹਾਂ ਉਹ ਵੀ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਿਹਾ ਸੀ।
ਉਸ ਨੂੰ ਇਸ ਗੱਲ ਤੇ ਵੀ ਇਤਰਾਜ਼ ਸੀ ਕਿ ਸ਼ਾਂਤੀਪੂਰਨ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਿਉਂ ਅੱਤਵਾਦੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਹਾਲਾਂਕਿ ਇਸ ਦੌਰਾਨ ਉਸਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ, ਪਰ ਜੋ ਪੋਸਟਰ ਉਸਨੇ ਹੱਥ ਵਿੱਚ ਫੜਿਆ ਹੋਇਆ ਸੀ ਉਸ ਉੱਤੇ ਸਾਫ਼ ਸੰਦੇਸ਼ ਸੀ ਕਿ ਜੇਕਰ ਤੁਸੀਂ ਮੇਰੇ ਕਿਸਾਨ ਪਿਤਾ ਨੂੰ ਅੱਤਵਾਦੀ ਦੱਸਦੇ ਹੋ ਤਾਂ ਮੈਂ ਵੀ ਅੱਤਵਾਦੀ ਹਾਂ। ਦੱਸਦੀ ਕਿ ਇਸ ਤਰ੍ਹਾਂ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਕਾਰਨ ਫੌਜ ਵੱਲੋਂ ਜਤਿੰਦਰ ਸਿੰਘ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ, ਪਰ ਉਹ ਇਸ ਤੋਂ ਬੇਫਿਕਰ ਨਜ਼ਰ ਆ ਰਿਹਾ ਹੈ। ਬਠਿੰਡਾ 'ਚ ਕਿਸਾਨਾਂ ਨੇ ਵਿਸ਼ਾਲ ਰੋਸ ਰੈਲੀ ਕੱਢ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨ ਸਰਕਾਰ ਤੋਂ ਤੁਰੰਤ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨ ਕਰਨ ਵਾਲਿਆਂ 'ਚ ਵੱਡੀ ਗਿਣਤੀ 'ਚ ਔਰਤਾਂ ਵੀ ਮੌਜੂਦ ਸਨ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਕਾਨੂੰਨਾਂ 'ਚ ਸੋਧ ਉਹਨਾਂ ਨੂੰ ਮਨਜ਼ੂਰ ਨਹੀਂ ਹੈ। 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਉੱਥੇ ਹੀ ਪੰਜਾਬ ਵਿੱਚ ਕਿਸਾਨਾਂ ਨੇ ਆਪਣਾ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਹੈ। ਇਸ ਦੌਰਾਨ ਬਠਿੰਡਾ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਕਿਸੇ ਵੀ ਸਰਕਾਰ ਦੇ ਹੋਸ਼ ਉਡਾਉਣ ਲਈ ਕਾਫੀ ਨੇ। ਇੱਥੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹਜ਼ਾਰਾਂ ਕਿਸਾਨ ਸੜਕਾਂ ਤੇ ਉਤਰੇ। ਇਹਨਾਂ ਵਿੱਚ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਲੋਕਾਂ ਦੇ ਰੋਹ ਨੂੰ ਵੇਖਦਿਆਂ ਮੋਦੀ ਸਰਕਾਰ ਨੂੰ ਆਪਣਾ ਹੰਕਾਰ ਛੱਡਣਾ ਚਾਹੀਦਾ ਹੈ ਅਤੇ ਤੁਰੰਤ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਦੇਖੋ, ਸਾਡੇ ਲੋਕਾਂ ਨੂੰ ਬਹੁਤ ਵੱਡਾ ਗਿਲਾ ਸੈਂਟਰ ਸਰਕਾਰ ਦੇ ਖਿਲਾਫ ਹੈ, ਜਿਨੇ ਆਹ ਜਿਹੜੇ ਕਾਲੇ ਕਾਨੂੰਨ ਲੈ ਕੇ ਆਂਦੇ ਆ, ਜਿਨੇ ਸਾਡੀਆਂ ਜ਼ਮੀਨਾਂ ਜਾਇਦਾਦਾਂ ਤੋਂ ਸਾਨੂੰ ਬੇਦਖਲ ਕਰ ਦੇਣਾ ਹੈ। ਪਹਿਲੇ ਹੀ ਰੋਜੀ ਰੋਟੀ ਵਾਲੇ ਮਸਲੇ ਤੇ ਸਾਡਾ ਨੌਜਵਾਨ ਹਿੱਸਾ ਹੈ ਜਿਹੜਾ ਉਹ 7 ਸਮੁੰਦਰੋਂ ਪਾਰ ਜਹਾਜ਼ਾਂ ਦੀਆਂ ਟਾਕੀਆਂ ਨੂੰ ਹੱਥ ਪਾ ਕੇ ਲੰਘ ਰਿਹਾ ਹੈ। ਜੇ ਆਹ ਕਾਨੂੰਨ ਲਾਗੂ ਹੋ ਜਾਂਦੇ ਹਿੰਦੁਸਤਾਨ ਦੀ ਧਰਤੀ ਤੇ ਹਿੰਦੁਸਤਾਨ ਦੇ ਲੋਕਾਂ ਦਾ ਕੋਈ ਵਸੇਬਾ ਨਹੀਂ ਰਹਿਣਾ, ਜਿਹਦਾ ਕਾਰਨ ਕਰਕੇ ਪੰਜਾਬ ਦੇ ਲੋਕ ਲਗਭਗ 3 ਮਹੀਨਿਆਂ ਤੋਂ ਘੋਲ ਦੇ ਮੈਦਾਨ 'ਚ ਹੈ। ਬਹੁਤ ਵੱਡਾ ਹਿੱਸਾ ਉਹਨਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਦਾ ਹੈ, ਮੁਲਾਜ਼ਮਾਂ ਦਾ ਹੈ, ਫੌਜੀ ਵੀਰਾਂ ਦਾ ਹੈ, ਰਿਟਾਇਰ ਫੌਜੀ ਵੀਰਾਂ ਦਾ ਹੈ, ਬਹੁਤ ਸਾਰੇ ਹੋਰ ਤਬਕੇ ਹੈ ਜਿਹੜੇ ਇਸ ਘੋਲ ਦੀ ਸਪੋਰਟ ਵਜੋਂ ਬਹੁਤ ਜ਼ੋਰ ਨਾਲ ਤੁਰੇ ਹੋਏ ਹੈ। ਅਸੀਂ ਸਰਕਾਰ ਨੂੰ ਇਸ ਗੱਲ ਦਾ ਗਿਲਾ ਸਾਨੂੰ ਸਰਕਾਰ ਤੇ ਵੀ ਉਹਨਾਂ ਨੂੰ ਲੋਕਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਕਾਨੂੰਨ ਫਾਇਦੇ ਵਾਲੇ ਹੈ, ਲੋਕ ਆਪਦਾ ਫਾਇਦਾ ਨਹੀਂ ਚਾਹੁੰਦੇ, ਫਿਰ ਉਹਨਾਂ ਨੂੰ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਆ। ਅਸੀਂ ਜੋ ਲਗਾਤਾਰ ਕਾਨੂੰਨਾਂ ਦੇ ਖਿਲਾਫ ਜਿਹੜੇ ਕਾਨੂੰਨ ਨਹੀਂ ਹੈਗੇ, ਕਿਸਾਨਾਂ ਦੇ ਗਲ 'ਚ ਫਾਹਾ ਪਾਇਆ ਜਾ ਰਿਹਾ, ਕਿਸਾਨਾਂ ਨੂੰ ਘੜੀਸਿਆ ਜਾ ਰਿਹਾ ਹੈ। ਉਹਦੇ ਲਈ ਪੰਜਾਬ ਦੇ ਕਿਸਾਨ ਜਾਗਰੂਕ ਹੋ ਕੇ ਇੱਥੇ ਪੰਜਾਬ ਦੇ ਵਿੱਚ ਮੁਹਿੰਮਾਂ ਵਿੱਢੀਆਂ ਹੋਈਆਂ, ਚਾਹੇ ਉਹ ਬਾਦਲ ਗਏ, ਪਹਿਲਾਂ ਪਟਿਆਲੇ ਗਏ, ਬਾਦਲ ਨੂੰ ਉਹ ਗੱਠਜੋੜਾ ਜਿਹੜਾ ਉਹ ਤੋੜਨਾ ਪਿਆ ਤੇ ਅਸਤੀਫਾ ਵੀ ਦੇਣਾ ਪਿਆ। ਇਹਦੇ ਲਈ ਹੁਣ ਜਦੋਂ ਅਸੀਂ 26-27 ਤਰੀਕ ਤੋਂ ਹਰਿਆਣੇ 'ਚ ਐਂਟਰ ਹੋਏ ਹਾਂ, ਹਰਿਆਣੇ ਦੇ ਕਿਸਾਨ ਵੀ ਉਹ ਕਰ ਰਹੇ ਆ। ਦਿੱਲੀ ਦੇ ਵਿੱਚ ਲਗਾਤਾਰ ਅਸੀਂ ਉੱਥੇ ਜਿਹੜੇ ਬਾਰਡਰ ਹੈ ਉਹ ਰੋਕੇ ਹੋਏ ਆ, ਉਹ ਤੇ ਵੱਡੀ ਗਿਣਤੀ 'ਚ ਸਾਰੀਆਂ ਸਟੇਟਾਂ ਦੇ ਕਿਸਾਨ ਆ ਜਿਹੜੇ ਉਹ ਆਏ ਹੋਏ ਆ। ਜਿੱਥੇ 2006 ਦੇ ਅੰਦਰ ਪਹਿਲਾਂ ਖਰੀਦ ਤੋੜ ਦਿੱਤੀ ਗਈ ਸੀ, ਉਹ ਕਿਸਾਨ ਵੀ ਉੱਠ ਕੇ ਕਿਸਾਨ ਪੰਜਾਬ ਤੋਂ ਜਿਹੜੀ ਚੰਗਿਆੜੀ ਉੱਠੀ ਹੈ ਸੰਘਰਸ਼ ਦੀ, ਉਹਦੇ ਨਾਲ ਬਹੁਤ ਵੱਡੀ ਗਿਣਤੀ ਜੁੜ ਰਹੇ ਆ। ਵਿਦੇਸ਼ਾਂ ਦੇ ਵਿੱਚ ਮੁਜ਼ਾਹਰੇ ਹੋ ਰਹੇ ਆ। ਇਹ ਹਰ ਹਾਲਤ ਇਹਨੂੰ ਜਿਹੜੇ ਕਾਨੂੰਨ ਆ ਵਾਪਸ ਲੈਣੇ ਪੈਣਗੇ, ਲੋਕ ਇਹ ਵਾਪਸ ਕਰਾ ਕੇ ਹਟਣਗੇ। ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹੁਣ ਸਮਾਜ ਦੇ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ। ਲੋਕ ਆਪ ਮੁਹਾਰੇ ਵਿਰੋਧ ਪ੍ਰਦਰਸ਼ਨ ਕਰਨ ਲਈ ਘਰਾਂ ਚੋਂ ਬਾਹਰ ਨਿਕਲ ਰਹੇ ਨੇ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਇਹਨਾਂ ਲੋਕਾਂ ਮੁਤਾਬਕ ਜਿਨ੍ਹਾਂ ਲਈ ਇਹ ਕਾਨੂੰਨ ਬਣਾਏ ਗਏ ਨੇ, ਜਦ ਉਹੀ ਇਹਨਾਂ ਦੇ ਖਿਲਾਫ ਨੇ ਤਾਂ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਇਹ ਸਾਡਾ ਜੋ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਧਰਨੇ ਪ੍ਰਦਰਸ਼ਨ ਚੱਲ ਰਹੇ ਹੈ। ਹੁਣ ਅਸੀਂ ਪਿਛਲੇ 18 ਦਿਨਾਂ ਤੋਂ ਦਿੱਲੀ 'ਚ ਬੈਠੇ ਹਾਂ। ਸਾਡੇ ਪੰਜਾਬ ਇਕਾਈ ਨੇ ਸਾਨੂੰ ਸੁਨੇਹਾ ਦਿੱਤਾ ਸੀ ਕਿ ਅੱਜ ਤੋਂ ਪੰਜਾਬ ਦੀ ਇਕਾਈ ਜੋ ਭੁੱਖ ਹੜਤਾਲ 'ਤੇ ਬੈਠੀ ਹੈ ਤੇ ਅਸੀਂ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ DC ਦਫ਼ਤਰ ਦੇ ਘਿਰਾਓ ਕਰਕੇ ਮੰਗ ਪੱਤਰ ਦੇਣੇ ਹੈ।
ਇਸੇ ਸੰਬੰਧ 'ਚ ਅੱਜ ਸਾਡਾ ਜੋ ਇੱਥੇ ਵਿਸ਼ਾਲ ਇਕੱਠ ਹੈ ਇਹ ਬਹੁਤ ਜ਼ਿਆਦਾ ਉਹ ਹੈ। ਤੇ ਜਿੰਨਾ ਚਿਰ ਸਰਕਾਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਸੈਂਟਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਂਗੇ, ਉਹਨਾਂ ਚਿਰ ਇੱਥੇ ਹੀ ਬੈਠੇ ਰਹਾਂਗੇ, ਕਿਤੇ ਵੀ ਨਹੀਂ ਆ। ਦੱਸ ਦਈਏ ਕਿ ਹਰ ਦਿਨ ਬੀਤਣ ਦੇ ਨਾਲ ਹੀ ਕਿਸਾਨਾਂ ਦਾ ਸੰਘਰਸ਼ ਤੇਜ਼ ਹੁੰਦਾ ਜਾ ਰਿਹਾ ਹੈ, ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ। ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਧਰ ਕਿਸਾਨ ਵੀ ਕਾਨੂੰਨ ਵਾਪਸ ਨਾ ਲੈਣ ਤੱਕ ਅੰਦੋਲਨ ਛੱਡਣ ਨੂੰ ਤਿਆਰ ਨਹੀਂ। ਕਿਸਾਨ ਕਰੀਬ 6 ਮਹੀਨਿਆਂ ਦਾ ਰਾਸ਼ਨ ਲੈ ਕੇ ਦਿੱਲੀ ਧਰਨੇ ਉੱਤੇ ਬੈਠੇ ਹੋਏ ਨੇ ਅਤੇ ਹੁਣ ਉਹਨਾਂ ਨੂੰ ਭਾਜਪਾ ਨੂੰ ਛੱਡ ਕੇ ਪੂਰੇ ਦੇਸ਼ ਦਾ ਸਮਰਥਨ ਮਿਲ ਰਿਹਾ ਹੈ। ਉਧਰ ਬਰਨਾਲਾ ਵਿਖੇ ਵੀ ਕਿਸਾਨ ਜਥੇਬੰਦੀਆਂ ਨੇ ਇੱਕ ਵਿਸ਼ਾਲ ਰੈਲੀ ਕੱਢਣ ਉਪਰੰਤ ਧਰਨਾ ਲਗਾ ਦਿੱਤਾ। ਇਸ ਰੋਸ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਬੀਬੀਆਂ ਵੀ ਸ਼ਾਮਲ ਹੋਈਆਂ। ਇੱਥੇ ਹਰ ਪਾਸੇ ਕਿਸਾਨੀ ਝੰਡੇ ਨਜ਼ਰ ਆ ਰਹੇ ਸਨ ਤੇ ਸਰਕਾਰ ਖਿਲਾਫ ਨਾਅਰੇ ਗੂੰਜ ਰਹੇ ਸਨ। ਲੋਕ ਇੱਕ ਸੁਰ 'ਚ ਸਰਕਾਰ ਤੋਂ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਸਨ। ਲੋਕਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਹਨਾਂ ਦਾ ਸੰਘਰਸ਼ ਦਿਨ ਪ੍ਰਤੀ ਦਿਨ ਹੋਰ ਤਿੱਖਾ ਹੁੰਦਾ ਜਾਵੇਗਾ। ਜੋ ਮੋਦੀ ਕੇਂਦਰ ਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਹੈ, ਉਹ ਕਾਲੇ ਕਾਨੂੰਨ ਦੇ ਅੜੀ ਖੜੀ ਹੈ। ਪਰ ਸਾਡਾ ਪਿਛਲਾ ਇਤਿਹਾਸ ਦੇਖ ਲਏ, ਜਿਹੜੇ ਉੱਥੇ ਸਾਡੇ ਯੋਧੇ ਬੈਠੇ, ਜਿਹੜੀਆਂ ਬਹਾਦਰ ਭੈਣਾਂ ਬੈਠੀਆਂ, ਉਹ ਆਪਦੇ ਸਿਦਕ ਤੇ ਬੈਠੀਆਂ। ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਹਨਾਂ ਚਿਰ ਵਾਪਸ ਨਹੀਂ ਮੁੜਦੀਆਂ। ਜਿਹੜਾ ਅੱਜ ਦਾ ਇਕੱਠ ਹੈ, ਇਹ ਇਕੱਠ ਇੱਥੋਂ ਦਾਣਾ ਮੰਡੀ ਤੋਂ ਤੁਰ ਕੇ ਇਹ ਹਸਪਤਾਲ ਤੋਂ ਸਦਰ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਨਹਿਰੂ ਦੇ ਬੁੱਤ ਕੋਲ ਦੀ ਇਹ ਪੁਲ ਚੜ੍ਹ ਕੇ ਕਚਹਿਰੀ ਚੌਕ ਤੋਂ ਅੱਗੇ ਜਾ ਕੇ ਖਤਮ ਹੋਵੇਗਾ। ਇਹ ਜਿਹੜਾ ਪਿਛਲਾ ਇਤਿਹਾਸ ਤੋਂ ਲੈ ਕੇ, ਜਿਵੇਂ ਦਿੱਲੀ ਦੇ ਵਿੱਚ ਵੱਡਾ ਮੋਰਚਾ ਚੱਲ ਰਿਹਾ, ਉੱਥੇ ਵੀ ਸਾਡੇ ਕਿਸਾਨ ਭਰਾ ਬੈਠੇ ਨੇ। ਆਹ ਪਿਛਲਾ ਜਿਹੜਾ ਸਾਡਾ ਮੋਰਚਾ ਹੈ, ਇਹ ਸਾਡੀਆਂ ਮਾਵਾਂ ਭੈਣਾਂ ਤੇ ਕਿਸਾਨਾਂ ਨੇ ਸੰਭਾਲਿਆ ਹੋਇਆ ਹੈ। ਇਹ ਇਸ ਤਰ੍ਹਾਂ ਇਕੱਠ ਹੁੰਦੇ ਰਹਿਣਗੇ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਜੋ ਮੋਦੀ ਸਰਕਾਰ ਅੱਜ ਸਾਡੀ ਰੋਜੀ ਰੋਟੀ ਖੋਹਣ ਆਈ ਹੈ, ਜਾਨੀ ਪਹਿਲਾਂ ਸਾਰਾ ਕੁਝ ਮੋਦੀ ਸਰਕਾਰ ਨੇ ਵੇਚਤਾ। ਇੱਥੋਂ ਦੀਆਂ ਰੇਲਵੇ ਲਾਈਨਾਂ ਵੇਚਤੀਆਂ, ਰੇਲਵੇ ਵੇਚਤੀਆਂ, ਹਵਾਈ ਜਹਾਜ਼ਾਂ ਦੇ ਅੱਡੇ ਵੇਚਤੇ, ਇਹ ਤੇ ਬਹੁਤ ਕੁਝ ਸਾਡਾ ਵੇਚਤਾ। ਜੇ ਸਾਡੀ ਰੋਟੀ ਰਹਿੰਦੀ ਸੀ, ਅੱਜ ਰੋਟੀ ਤੇ ਅਵਾਨੀਆਂ ਅਡਾਨੀਆਂ ਦਾ ਕਬਜ਼ਾ ਕਰਾਉਣ ਵਾਸਤੇ ਮੋਦੀ ਸਰਕਾਰ ਕਾਰਪੋਰੇਟ ਘਰਾਣੇ ਨੂੰ ਲਿਆ ਰਹੀ ਹੈ। ਉਹਦੇ ਵਿਰੋਧ 'ਚ ਅਸੀਂ ਜਿਹੜੇ ਕਾਲੇ ਕਾਨੂੰਨ ਲੈ ਕੇ ਆਈ ਸੈਂਟਰ ਦੀ ਸਰਕਾਰ, ਉਹਨਾਂ ਨੂੰ ਰੱਦ ਕਰਾਉਣ ਦੀ ਵਾਸਤੇ ਲਗਾਤਾਰ ਦਿੱਲੀ ਦੇ ਵਿੱਚ ਡੇਰੇ ਡਾਲੇ ਹੋਏ ਕਿਸਾਨਾਂ ਦੇ। ਸਾਰੀ ਭਾਰਤ ਦਾ ਘੋਲ ਬਣ ਗਿਆ ਇਹ ਪੂਰੇ ਪੰਜਾਬ ਦੇ ਵਿੱਚ ਇੱਕ ਮੋਹਰੀ ਰੋਲ ਨਿਭਾ ਰਹੇ ਆ। ਅੱਜ ਉਹ ਸਾਡੀਆਂ ਜਥੇਬੰਦੀਆਂ ਦੀ ਕਾਲ ਤੇ ਜਿਹੜਾ ਡੀਸੀ ਦਫ਼ਤਰਾਂ 'ਚ ਧਰਨੇ ਸੀ, ਅਸੀਂ ਸ਼ਹਿਰ ਵਿੱਚ ਮੁਜ਼ਾਹਰੇ ਕੱਢ ਰਹੇ ਹਾਂ। ਅਸੀਂ ਲਗਾਤਾਰ ਇਹ ਮੋਰਚੇ ਨੇ ਵਧਣਾ ਜਿੰਨਾ ਚਿਰ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ। ਦਿੱਲੀ ਦੀਆਂ ਸਰਹੱਦਾਂ ਤੇ ਤੰਬੂ ਗੱਡ ਕੇ ਬੈਠੇ ਕਿਸਾਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਆਪਣੇ ਟਰੈਕਟਰ, ਟਰਾਲੀਆਂ ਤੇ ਹੋਰਨਾਂ ਵਾਹਨਾਂ ਤੇ ਧਰਨੇ 'ਚ ਸ਼ਾਮਲ ਹੋਣ ਲਈ ਪਹੁੰਚ ਰਹੇ ਨੇ। ਹੁਣ ਸੁਲਤਾਨਪੁਰ ਲੋਧੀ ਦੇ 2 ਨੌਜਵਾਨ ਕੜਾਕੇ ਦੀ ਠੰਡ 'ਚ ਸਾਈਕਲਾਂ ਤੇ ਦਿੱਲੀ ਲਈ ਰਵਾਨਾ ਹੋਏ ਨੇ। ਇਹਨਾਂ ਦਾ ਮਕਸਦ ਕਿਸਾਨਾਂ ਦੀ ਹਮਾਇਤ ਕਰਨਾ ਤੇ ਆਮ ਲੋਕਾਂ ਨੂੰ ਅੰਦੋਲਨ ਪ੍ਰਤੀ ਜਾਗਰੂਕ ਕਰਨਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਦੇ 2 ਨੌਜਵਾਨ ਅੱਜ ਕਿਸਾਨੀ ਧਰਨੇ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਵੱਲ ਰਵਾਨਾ ਹੋਏ। ਇਹ ਨੌਜਵਾਨ ਜਗਜੀਤ ਸਿੰਘ ਤੇ ਯਾਦਵਿੰਦਰ ਸਿੰਘ ਸੁਲਤਾਨਪੁਰ ਲੋਧੀ ਦੀ ਸਾਈਕਲਿੰਗ ਕਲੱਬ ਦੇ ਮੈਂਬਰ ਨੇ। ਕੜਾਕੇ ਦੀ ਠੰਡ ਵਿੱਚ ਦਿੱਲੀ ਲਈ ਰਵਾਨਾ ਹੋਏ ਇਹ ਨੌਜਵਾਨ ਜਿੱਥੇ ਮੋਦੀ ਸਰਕਾਰ ਖਿਲਾਫ ਅਤੇ ਕਿਸਾਨਾਂ ਦੇ ਸਮਰਥਨ 'ਚ ਨਾਅਰੇਬਾਜ਼ੀ ਕਰ ਰਹੇ ਨੇ, ਉੱਥੇ ਹੀ ਰਸਤੇ 'ਚ ਮਿਲਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਦਾ ਇਰਾਦਾ ਵੀ ਰੱਖਦੇ ਨੇ। ਯਾਦਵਿੰਦਰ ਸਿੰਘ ਮੁਤਾਬਕ ਦਿੱਲੀ ਧਰਨੇ ਉੱਤੇ ਬੈਠੇ ਆਪਣੇ ਕਿਸਾਨ ਭਰਾਵਾਂ ਤੇ ਭੈਣਾਂ ਦਾ ਨੈਤਿਕ ਸਮਰਥਨ ਕਰਨਾ ਸਾਡੀ ਜ਼ਿੰਮੇਵਾਰੀ ਹੈ, ਕਿਉਂਕਿ ਜੇਕਰ ਪੰਜਾਬ ਵਿੱਚ ਕਿਸਾਨੀ ਨਾ ਬਚੀ ਤਾਂ ਇਸ ਦੀ ਆਰਥਿਕਤਾ ਵੀ ਤਬਾਹ ਹੋ ਜਾਵੇਗੀ। ਉਹਨਾਂ ਮੋਦੀ ਸਰਕਾਰ ਤੋਂ ਤੁਰੰਤ ਇਹ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਅਸੀਂ ਸੁਲਤਾਨਪੁਰ ਲੋਧੀ ਨੂੰ ਬਿਲੋਂਗ ਕਰਦੇ ਹਾਂ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਹਨ। ਅਸੀਂ ਉਸ ਤੋਂ ਧਰਤੀ ਤੋਂ ਅਰਦਾਸ ਕਰਕੇ ਦਿੱਲੀ ਧਰਨੇ ਲਈ ਰਵਾਨਾ ਹੋ ਰਹੇ ਹਾਂ ਸਾਈਕਲਾਂ ਉੱਪਰ। ਅਸੀਂ ਸਾਈਕਲਾਂ ਉੱਪਰ ਜਾ ਰਹੇ ਹਾਂ। ਅਸੀਂ ਰਸਤੇ ਵਿੱਚ ਵੀ ਲੋਕਾਂ ਨੂੰ ਮੋਟੀਵੇਟ ਕਰਾਂਗੇ ਕਿ ਤੁਸੀਂ ਵੀ ਕਿਸਾਨੀ ਧਰਨੇ ਦਾ ਸਾਥ ਦਿਓ ਅਤੇ ਉੱਥੇ ਧਰਨੇ ਤੇ ਪਹੁੰਚੋ। ਲੋਕਾਂ ਨੂੰ ਲਾਮਬੰਦ ਕਰਾਂਗੇ। ਅਸੀਂ ਕਹਿੰਦੇ ਹਾਂ ਕਿ ਮੋਦੀ ਨੂੰ ਪ੍ਰਮਾਤਮਾ ਸਮੱਤ ਬਖਸ਼ੇ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਅਤੇ ਜਲਦੀ ਹੀ ਕਿਸਾਨ ਆਪਣੇ ਘਰਾਂ ਨੂੰ ਵਾਪਸ ਆਉਣ, ਜੋ ਕਿ ਠੰਡ ਵਿੱਚ ਠਰ ਰਹੇ ਹਨ। ਸਾਡੇ ਬਜ਼ੁਰਗ ਭੈਣਾਂ ਭਰਾ ਉੱਥੇ ਠੰਡ ਵਿੱਚ ਬੈਠੇ ਆ, ਸਾਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ। ਇਸ ਲਈ ਅਸੀਂ ਉੱਥੇ ਉਹਨਾਂ ਦਾ ਸਾਥ ਦੇਣ ਲਈ ਧਰਨੇ ਵਿੱਚ ਸ਼ਾਮਲ ਹੋ ਰਹੇ ਹਾਂ। ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਇਹ ਕਾਨੂੰਨ ਜਿਹੜੇ ਤਿੰਨੋਂ ਆ, ਇਹ ਖੇਤੀ ਮਾਰੂ ਆ, ਇਹ ਰੱਦ ਹੋਣੇ ਚਾਹੀਦੇ ਹਨ। ਯਾਦਵਿੰਦਰ ਸਿੰਘ ਤੇ ਜਗਜੀਤ ਸਿੰਘ ਦੇ ਇਸ ਉਪਰਾਲੇ ਉੱਤੇ ਸਾਈਕਲਿੰਗ ਕਲੱਬ ਦੇ ਹੋਰ ਮੈਂਬਰ ਵੀ ਫਖਰ ਮਹਿਸੂਸ ਕਰ ਰਹੇ ਨੇ। ਉਹਨਾਂ ਮੁਤਾਬਕ ਕਿਸਾਨਾਂ ਦੇ ਸੰਘਰਸ਼ ਵਿੱਚ ਹੁਣ ਸਮਾਜ ਦਾ ਹਰ ਵਰਗ ਸ਼ਾਮਿਲ ਹੋ ਰਿਹਾ ਹੈ ਅਤੇ ਮੋਦੀ ਸਰਕਾਰ ਨੂੰ ਆਪਣੀ ਜਿੱਦ ਤਿਆਗ ਕੇ ਇਹ ਖੇਤੀ ਕਾਨੂੰਨ ਜਲਦੀ ਰੱਦ ਕਰਨੇ ਚਾਹੀਦੇ ਨੇ। ਅਸੀਂ ਬਹੁਤ ਮਾਣ ਸਮਝਦੇ ਹਾਂ ਵੀ ਸਾਡੇ ਉੱਥੇ ਬਜ਼ੁਰਗ
ਔਰਤਾਂ ਨੌਜਵਾਨ ਜਿੰਨੇ ਵੀ ਸਾਥੀ ਉੱਥੇ ਸਾਡੇ ਬੈਠੇ ਆ ਉਹਨਾਂ ਦੇ ਸਹਿਯੋਗ ਲਈ ਸੁਲਤਾਨਪੁਰ ਤੋਂ ਸਾਈਕਲਿੰਗ ਕਰਦੇ ਹੋਏ ਸਾਡੇ ਵੀਰ ਜਗਜੀਤ ਸਿੰਘ ਤੇ ਯਾਦਵਿੰਦਰ ਸਿੰਘ ਜੀ ਜਾ ਰਹੇ ਨੇ। ਸਾਨੂੰ ਬਹੁਤ ਮਾਣ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕੇਂਦਰ ਸਰਕਾਰ ਨੇ ਮਾਰੂ ਬਿੱਲ ਲਾਗੂ ਕੀਤੇ ਆ ਉਹ ਤੁਰੰਤ ਜਲਦੀ ਤੋਂ ਜਲਦੀ ਰੱਦ ਹੋਣੇ ਚਾਹੀਦੇ ਹਨ ਤਾਂ ਜੋ ਕਿਸਾਨੀ ਬਚ ਸਕੇ। ਦੱਸ ਦਈਏ ਕਿ ਪੰਜਾਬ 'ਚ ਕਰੀਬ 2 ਮਹੀਨੇ ਦੇ ਸੰਘਰਸ਼ ਤੋਂ ਬਾਅਦ ਹੁਣ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਪਿਛਲੇ 19 ਦਿਨਾਂ ਤੋਂ ਡਟੇ ਹੋਏ ਨੇ। ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਮੰਨਣ ਦੀ ਅਜੇ ਤੱਕ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਉਲਟਾ ਸਰਕਾਰ ਨੇ ਕਿਸਾਨਾਂ ਨੂੰ ਵੰਡਣ ਦੀ ਨੀਤੀ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਅਲੱਗ-ਅਲੱਗ ਤਰੀਕੇ ਨਾਲ ਆਪਣਾ ਰੋਸ ਮੁਜ਼ਾਹਰਾ ਕਰ ਰਹੇ ਨੇ ਅਤੇ ਦਿੱਲੀ ਵੱਲ ਰਵਾਨਾ ਹੋ ਰਹੇ ਨੇ, ਉਸ ਨਾਲ ਧਰਨੇ ਉੱਤੇ ਬੈਠੇ ਕਿਸਾਨ ਆਗੂਆਂ ਦਾ ਹੌਸਲਾ ਜ਼ਰੂਰ ਵਧੇਗਾ ਅਤੇ ਉਹ ਦਿੱਲੀ ਦੀਆਂ ਚਾਲਾਂ ਦਾ ਜਵਾਬ ਦੇਣ ਵਿੱਚ ਸਮਰੱਥ ਸਾਬਤ ਹੋਣਗੇ। ਕਰਨਾਲ ਦੇ ਤਰਾਵੜੀ ਫਲਾਈਓਵਰ ਤੇ ਇੱਕ ਭਿਆਨਕ ਹਾਦਸੇ 'ਚ 2 ਕਿਸਾਨਾਂ ਦੀ ਮੌਤ ਹੋ ਗਈ। ਕਿਸਾਨ ਪਟਿਆਲਾ ਦੇ ਪਿੰਡ ਸਪੇੜਾ ਦੇ ਰਹਿਣ ਵਾਲੇ ਸਨ। ਇਹ ਕਿਸਾਨ ਦਿੱਲੀ ਧਰਨੇ 'ਚ ਸ਼ਾਮਲ ਹੋ ਕੇ ਵਾਪਸ ਆਪਣੇ ਪਿੰਡ ਜਾ ਰਹੇ ਸੀ। ਇਸ ਦੌਰਾਨ ਇੱਕ ਟਰੱਕ ਨੇ ਟਰੈਕਟਰ ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਦੋਨਾਂ ਕਿਸਾਨਾਂ ਦੀ ਮੌਤ ਹੋ ਗਈ ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 20ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਕੜਾਕੇ ਦੀ ਠੰਡ ਵਿੱਚ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਉੱਥੇ ਹੀ ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਦੀ ਜਾਨ ਵੀ ਜਾ ਚੁੱਕੀ ਹੈ। ਅਜਿਹੀ ਹੀ ਇੱਕ ਮੰਦਭਾਗੀ ਖਬਰ ਅੱਜ ਤੜਕੇ ਵੀ ਸਾਹਮਣੇ ਆਈ, ਜਿੱਥੇ ਕਿਸਾਨਾਂ ਵੱਲੋਂ ਦਿੱਲੀ 'ਚ ਦਿੱਤੇ ਜਾ ਰਹੇ ਧਰਨੇ ਤੋਂ ਵਾਪਸ ਪਰਤ ਰਹੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਪੇੜਾ ਦੇ 2 ਕਿਸਾਨਾਂ ਦੀ ਕਰਨਾਲ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਇਸ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਕਿਸਾਨ ਦਿੱਲੀ ਧਰਨੇ ਤੋਂ ਜਦ ਵਾਪਸ ਆ ਰਹੇ ਸਨ ਤਾਂ ਹਰਿਆਣਾ ਦੇ ਤਰਾਵੜੀ ਕਸਬੇ ਨੇੜੇ ਜੀਟੀ ਰੋਡ ਉੱਤੇ ਇੱਕ ਟਰੱਕ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਟਰਾਲੀ ਪਲਟ ਗਈ ਅਤੇ ਲਾਭ ਸਿੰਘ ਤੇ ਗੁਰਪ੍ਰੀਤ ਸਿੰਘ ਨਾਮੀ 2 ਕਿਸਾਨਾਂ ਦੀ ਮੌਤ ਹੋ ਗਈ ਅਤੇ ਕਈ ਕਿਸਾਨ ਜ਼ਖਮੀ ਹੋ ਗਏ, ਜਿਨ੍ਹਾਂ ਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਕਰਨਾਲ ਤੇ ਪਟਿयाला ਦੇ ਹਸਪਤਾਲਾਂ 'ਚ ਦਾਖिल करवाया गया है। रात को 1:30-2 बजे के लगभग ये हमारे यहाँ किसान भाई जो ट्रैक्टर ट्राली लेके पटियाले से आ रहे थे दिल्ली आंदोलन के लिए, उस दौरान तरावड़ी के बीच में एक्सीडेंट हुआ। जो एक्सीडेंट जो बताया गया भी जो हमारे सरपंच भाई किसान भाई, वो एक जो ट्रक ड्राइवर था वो नींद में अचानक आने पे उसने ट्राली के बीच में ट्रक ठोक दिया। उस दौरान हमारे एक नौजवान साथी एक्सपायर हुआ। एक बुजुर्ग जो पटियाला रेफर करता था वो एक्सपायर हो गया। दिल्ली से वापस लौट गए? नहीं, दिल्ली जा रहे थे पटियाला से। ਅਸੀਂ ਦਿੱਲੀ ਧਰਨੇ ਤੇ ਗਏ ਹੋਏ ਸੀਗੇ ਜੀ। ਉੱਥੋਂ ਪੰਜਾਬ ਵੱਲ ਨੂੰ ਰਵਾਨਾ ਹੋਏ ਸੀ। 1 ਹਫ਼ਤਾ ਹੋ ਗਿਆ ਸੀ ਸਾਨੂੰ। ਉਸ ਤੋਂ ਬਾਅਦ ਰਸਤੇ 'ਚ ਆਉਂਦੇ ਹੋਏ ਸਾਡਾ ਐਕਸੀਡੈਂਟ ਹੋ ਗਿਆ। ਪਿੱਛੋਂ ਕੈਂਟਰ ਬਹੁਤ ਹਾਈ ਸਪੀਡ ਤੇ ਆ ਰਹੀ ਸੀ ਜੋ ਟਰੈਕਟਰ ਟਰਾਲੀ ਦੇ ਨਾਲ ਟਕਰਾ ਗਈ। ਡਰਾਈਵਰ ਸੁੱਤਾ ਪਿਆ ਸੀ ਤੇ ਸਾਡੇ 2 ਕਿਸਾਨ ਸਾਥੀਆਂ ਦੀ ਡੈਥ ਹੋ ਗਈ। ਬਾਕੀ 6-7 ਨੂੰ ਗੰਭੀਰ ਸੱਟਾਂ ਲੱਗੀਆਂ ਹੋਣੀਆਂ ਹਨ ਤੇ ਬਾਕੀ 3-4 नॉर्मल सट्टा लगी हैं। 3 बजे के लगभग सूचना प्राप्त हुई थी कि तरावड़ी फ्लाईओवर के पास एक ट्रैक्टर ट्रॉली में जो किसान दिल्ली से वापस लौट रहे थे अपने गांव सपेड़ा के लिए, पटियाला के लिए, उनके साथ एक बड़ा ट्रक था। उसने जैसे ड्राइवर को 3 बजे के लगभग बता रहे हैं कि वो सो रहा था और उसने टक्कर मारी और उससे किसानों की जो ट्रॉली है वो पलट गई और उसमें किसान काफ़ी फंस गए और चोटिल हो गए। तो कुछ एक किसान तो उसके बाद पटियाला की तरफ रुक कर गए थे जिनको ज़्यादा चोटें नहीं थी, और जिनको ज़्यादा चोटें थी उनको यहाँ पे GH करनाल में लेके आया गया था, जिनमें से एक किसान की यहाँ पर मौत हुई है। और अभी हमारे को कुछ समय पहले सूचना प्राप्त हुई है कि जो पटियाला में गए थे वहाँ पे भी एक किसान की मृत्यु हो गई है, जो बेहद दुखद है। उधर करनाल पुलिस ने हादसे के कारणों की जांच आरंभ दी है। पुलिस अधिकारियों मुताबिक ट्रक ड्राइवर के नींद विच होने की सूचना मिली है। 2 किसानां विचों एक ने करनाल ते दूजे ने पटियाला च दम तोड़िया। ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ ਤੇ ਉਧਰ ਪੁਲਿਸ ਵੱਲੋਂ ਇਸ ਸੰਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹਾਦਸੇ 'ਚ ਜਾਨ ਗਵਾਉਣ ਵਾਲਾ ਗੁਰਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਉਮਰ ਅਜੇ ਸਿਰਫ 24 ਸਾਲ ਸੀ
ਹਾਦਸੇ 'ਚ ਜਾਨ ਗਵਾਉਣ ਵਾਲੇ ਲਾਭ ਸਿੰਘ ਦੀ ਉਮਰ 64 ਸਾਲ ਸੀ। ਦੋਵਾਂ ਦੀ ਮੌਤ ਨਾਲ ਪਿੰਡ ਸਪੇੜਾ ਦਾ ਮਾਹੌਲ ਗਮਗੀਨ ਬਣ ਗਿਆ। ਸੁਲਤਾਨਪੁਰ ਲੋਧੀ 'ਚ ਮਾਮੂਲੀ ਬਹਿਸ ਤੋਂ ਬਾਅਦ ਇੱਕ 30 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਵਿੰਦਰ ਕੁਮਾਰ ਉਰਫ ਰਿੱਕੀ ਵਜੋਂ ਹੋਈ ਹੈ, ਜਿਸ ਦੀ ਕਤਲ ਵਾਲੇ ਦਿਨ ਵਿਆਹ ਦੀ ਸਾਲਗਿਰਾ ਵੀ ਸੀ। ਰਵਿੰਦਰ ਆਪਣੇ ਪਿਤਾ ਨਾਲ ਪੈਂਚਰਾਂ ਦੀ ਦੁਕਾਨ ਤੇ ਕੰਮ ਕਰਦਾ ਸੀ। ਸੁਲਤਾਨਪੁਰ ਦੇ ਇੱਕ ਰੈਸਟੋਰੈਂਟ 'ਚ ਉਸ ਦੀ ਕੁਝ ਨੌਜਵਾਨਾਂ ਨਾਲ ਬਹਿਸ ਹੋਈ, ਜਿਨ੍ਹਾਂ ਨੇ ਕਾਰ ਥੱਲੇ ਦੇ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ 'ਚ 6 ਲੋਕਾਂ ਖਿਲਾਫ ਪਰਚਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ 3 ਅਣਪਛਾਤੇ ਨੇ। ਪੁਲਿਸ ਨੇ ਆਰੋਪੀਆਂ ਦੀ ਭਾਲ ਆਰੰਭ ਦਿੱਤੀ ਹੈ। ਇਹ ਅੱਜ ਅਮਨਦੀਪ ਕੁਮਾਰ ਵਾਸੀ ਲੋਲਾਰੀਆ ਮਹੱਲਾ ਸੁਲਤਾਨਪੁਰ ਲੋਧੀ ਨੇ ਬਿਆਨ ਲਿਖਾਇਆ ਵੀ ਉਹ ਆਪਣੇ ਭਰਾ ਰਵਿੰਦਰ ਕੁਮਾਰ ਤੇ ਵਿਕਰਮ ਕੁਮਾਰ ਨਾਲ ਕਿਸੇ ਢਾਬੇ ਤੇ ਖਾਣਾ ਖਾਣ ਗਿਆ ਸੀ। ਕੈਨੇਡੀਅਨ ਢਾਬਾ ਆ, ਉੱਥੇ ਖਾਣਾ ਖਾਣ ਗਿਆ ਸੀ। ਉੱਥੇ ਮਾਮੂਲੀ ਤਕਰਾਰ ਹੋਇਆ ਇਹਨਾਂ ਦਾ ਹਰਪ੍ਰੀਤ ਸਿੰਘ ਨਾਲ, ਤੇ ਉਹਦਾ ਭਰਾ ਸੀ ਜਸਪਾਲ ਸਿੰਘ, ਤੇ ਇੱਕ ਉਹਦਾ ਸਾਲਾ ਸੀ ਓਮਕਾਰ ਸਿੰਘ। ਉਹਨਾਂ ਨਾਲ 3-4 ਹੋਰ ਅਨਨੋਨ ਬੰਦੇ ਸੀਗੇ। ਮਾਮੂਲੀ ਤਕਰਾਰ ਤੋਂ ਬਾਅਦ 'ਚ ਉਹਨਾਂ ਨੇ ਆਪਣੀ ਗੱਡੀ ਜਿਹੜੀ ਆ ਉਹ ਚੜਾ ਦਿੱਤੀ ਇਹਦੇ ਉੱਪਰ, ਰਵਿੰਦਰ ਕੁਮਾਰ ਦੇ ਉੱਪਰ, ਤੇ ਉਹਦੀ ਮੌਤ ਹੋ ਗਈ ਆ। ਇੱਕ ਨਾਲ ਦੋਸਤ ਸੀਗਾ ਇਹਦਾ ਹੋਰ, ਉਹਦੇ ਸੱਟ ਲੱਗੀ ਆ। ਇਹ 302 148 149 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਤੇ ਦੋਸ਼ੀਆਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ। ਇਹ ਕੋਈ ਅੱਜ 9:30 ਵਜੇ ਦੇ ਲਗਭਗ ਦੀ ਗੱਲ ਹੈਗੀ ਆ, ਸ਼ਾਮ ਦੀ। ਉਹਦੇ ਖਾਣਾ ਖਾਂਦੇ ਸੀਗੇ, ਉਸ ਟਾਈਮ ਇਹ ਮਾਮਲਾ ਉੱਥੇ ਹੋਇਆ। ਇਹਨਾਂ ਦਾ ਮਾਮੂਲੀ ਤਕਰਾਰ ਹੋਇਆ ਇਹਨਾਂ ਦਾ ਅੱਜ। ਇਹ ਗੱਡੀ ਨਾਲ ਹੋਇਆ ਜੀ, ਪਹਿਲਾਂ ਤਕਰਾਰ ਹੋਇਆ, ਫਿਰ ਇਹਨਾਂ ਗੱਡੀ ਬੈਠ ਕੇ ਗੱਡੀ ਉੱਪਰ ਚੜ੍ਹਾ ਦਿੱਤੀ, ਉਹਦੇ ਰੇਸ ਦੇ ਕੇ ਪੂਰੀ ਗੱਡੀ ਉੱਪਰ ਚੜ੍ਹਾਤੀ। ਉਹ ਥੱਲੇ ਆ ਗਿਆ ਬੰਦਾ, ਉਹਦੀ ਉੱਥੇ ਡੈਥ ਹੋ ਗਈ। ਉਹਨੂੰ ਸਿਵਲ ਹਸਪਤਾਲ ਲੈ ਕੇ ਆਏ, ਉੱਥੇ ਉਹਦੀ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਉਹਨੂੰ ਡਿਕਲੇਅਰ ਕਰਤਾ ਵੀ ਡੈਥ ਹੋ ਗਈ ਇਹਦੀ। ਗੱਲਬਾਤ ਮੈਨੂੰ ਵੀ ਭਾਈ ਮੇਰੇ ਘਰ ਬਿਠਾਏਗਾ ਜੀ। ਅੱਛਾ ਜੀ। ਮੈਨੂੰ ਬਾਅਦ ਪਤਾ ਫੋਨ ਕੀਤਾ, ਕਹਿੰਦੇ ਵੀ ਉੱਥੇ ਗੱਲਬਾਤ ਹੋਈ, ਮੁੰਡਾ ਮਾਰਦਾ ਤੁਹਾਡਾ। ਮੈਨੂੰ ਤਾਂ ਪਤਾ ਹੀ ਕੋਈ ਨਹੀਂ, ਮੇਰਾ ਮਾੜਾ ਬੰਦਾ ਆ, ਪੈਂਚਰ ਲਾ ਕੇ ਟਾਈਮ ਪਾਸ ਕਰਨ ਵਾਲਾ। ਇਹ ਜਾਣ ਬੁੱਝ ਕੇ ਮਾਰਿਆ ਜੀ। ਕੋਈ ਲੜਾਈ ਝਗੜਾ, ਕੋਈ ਝਗੜਾ ਹੋਊਗਾ, ਆਪਾਂ ਨੂੰ ਕੋਈ ਦੁਸ਼ਮਣੀ ਨਹੀਂ ਹੋਊਗੀ ਇਹਨਾਂ ਦੀ ਕੋਈ ਕਿਸੇ ਦੀ। ਠੀਕ ਹੈ ਜੀ। ਅਸੀਂ ਤਾਂ ਲੜੇ ਨਹੀਂ ਜ਼ਿੰਦਗੀ ਕਿਸੇ ਨਾਲ। ਸਾਡੇ ਤਾਂ ਭਾਵੇਂ ਮਾਰਕੀਟ 'ਚ ਪੁੱਛ ਲਓ ਜਾ ਕੇ ਵੀ ਆਪਾਂ ਕਿਸੇ ਨਾਲ ਲੜੇ ਵੀ ਹੋਣਗੇ। ਮੇਰਾ ਭਰਾ ਢਾਬੇ 'ਤੇ ਰੋਟੀ ਖਾਣ ਗਿਆ ਸੀ। ਉਹਨਾਂ ਦਾ ਕੋਈ ਉੱਥੇ ਮੁੰਡੇ ਆਏ, ਉਹਨਾਂ ਦਾ ਆਪਸ 'ਚ ਬਹਿਸ ਬਸਈਆ ਹੋਇਆ, ਅਤੇ ਉਹ ਜਦੋਂ ਰੋਟੀ ਖਾ ਕੇ ਬਾਹਰ ਆਇਆ, ਉਹਨਾਂ ਨੇ ਆਣ ਕੇ ਦੇਖਿਆ ਕਿ ਬਾਹਰ ਆਇਆ, ਗੱਡੀ ਉੱਤੇ ਚੜ੍ਹਾਤੀ। ਇੱਕ ਵਾਰੀ ਪਹਿਲਾਂ ਗੱਡੀ ਬੈਕ ਲਗਾਏ, ਫਿਰ ਗੱਡੀ ਮਾਰੀ। ਉਹਦਾ ਬਹੁਤ ਬੇਰਹਿਮੀ ਨਾਲ ਕਤਲ ਕੀਤਾ, ਅਤੇ ਉਸ ਨੂੰ ਅਸੀਂ ਸਿਵਲ ਹਸਪਤਾਲ 'ਚ ਸਾਨੂੰ ਕਿਸੇ ਨੇ ਕਾਲ ਕੀਤੀ ਕਿ ਤੁਹਾਡੇ ਮੁੰਡੇ ਨੂੰ ਇੱਦਾਂ ਕੀਤਾ, ਅਤੇ ਅਸੀਂ ਯਕਦਮ ਉਹਨੂੰ ਸਿਵਲ ਹਸਪਤਾਲ 'ਚ ਲੈ ਕੇ ਗਏ। ਹੋ ਸਕਦਾ ਕੋਈ ਇਹਨਾਂ ਦੀ ਆਪਸ 'ਚ ਲਾਗਤ ਹੋਵੇ ਜਾਂ ਕੋਈ ਕੁਛ ਵੀ ਚੱਲਦੀ ਹੋਵੇ ਗੱਲਬਾਤ ਆਪਸ 'ਚ। ਇਹ ਉੱਥੇ ਰੋਟੀ ਖਾਣ ਗਏ ਸੀ ਜਾਂ ਉਹ ਵੀ ਆਏ ਸੀ, ਇਹ ਸਾਨੂੰ ਪਤਾ ਲੱਗਾ ਕਿ ਉਹ ਬਾਹਰ ਗੱਡੀ 'ਚ ਬੈਠੇ ਰਹੇ। ਉਹਨਾਂ ਨੇ ਦੇਖਿਆ ਕਦੋਂ ਬਾਹਰ ਆਉਂਦਾ, ਬਾਹਰ ਆਏ 2 ਜਣੇ ਇਹ ਜਦੋਂ ਰੋਟੀ ਖਾ ਕੇ, ਅਤੇ ਉਹਨਾਂ ਉੱਤੇ ਇਹਦੇ ਉੱਤੇ ਗੱਡੀ ਚੜ੍ਹਾਈ ਗਈ। ਪਹਿਲਾਂ ਦੂਜੇ ਮੁੰਡੇ 'ਚ ਮਾਰੀ, ਉੱਤੇ ਨਹੀਂ ਵੱਜੀ, ਇਹਦੇ ਉੱਤੇ ਜਾਣ ਕੇ ਚੜ੍ਹਾਤੀ, ਫਿਰ ਲਗੇ ਪਿੱਛੇ, ਫਿਰ ਚੜ੍ਹਾਈ। ਮਾਨਸਾ ਦੇ ਪਿੰਡ ਆਲਮਪੁਰ ਬੋਦਲਾ 'ਚ 50 ਸਾਲਾ ਕਿਸਾਨ ਬੋਗਾ ਸਿੰਘ ਨੇ ਆਪਣੇ ਖੇਤ 'ਚ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਬੋਗਾ ਸਿੰਘ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰ ਉਸ ਦਾ ਇਲਾਜ ਕਰ ਰਹੇ ਨੇ। ਬੋਗਾ ਸਿੰਘ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਕੁਝ ਲੋਕ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਪੁਲਿਸ ਵੀ ਉਹਨਾਂ ਲੋਕਾਂ ਨਾਲ ਮਿਲੀ ਭੁਗਤ ਕਰ ਰਹੀ ਹੈ ਤੇ ਪੁਲਿਸ ਆਪ ਦੂਜੀ ਧਿਰ ਨੂੰ ਕਬਜ਼ਾ ਦਿਵਾਉਣ ਲਈ ਉੱਥੇ ਪਹੁੰਚੇ ਹੋਏ ਸੀ। ਇਸ ਜ਼ਮੀਨ ਦੇ ਝਗੜੇ ਨੂੰ ਅਦਾਲਤ ਦੇ ਵਿੱਚ ਜਿਹੜਾ ਪਹੁੰਚਾਇਆ ਗਿਆ ਹੈ, ਪਰ ਪੁਲਿਸ ਦੇ ਆਲਾ ਅਧਿਕਾਰੀ ਇਸ ਮਾਮਲੇ ਦੇ ਵਿੱਚ ਪੀੜਤ ਧਿਰ ਨਾਲ ਇਨਸਾਫ ਨਹੀਂ ਕਰ ਰਹੇ। ਫਿਲਹਾਲ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਆ ਗਿਆ ਹੈ। ਬੋਗਾ ਸਿੰਘ ਨਾਲ ਜਿਹੜਾ ਦਰਸ਼ਨ ਸਿੰਘ ਦਾ ਸੀਗਾ, ਉਹ ਕੋਈ ਐਡੀ ਗੱਲ ਨਹੀਂ ਸੀਗੀ। ਜਿਹੜੀ ਇਹ ਪੁਲਿਸ ਦੀ ਜਿਹੜੀ ਉਹ ਦਰਸ਼ਨ ਦੀ ਮਦਦ ਕਰਦੀ ਸੀ। ਬੋਗਾ ਜਦੋਂ ਆਪਦੀ ਜ਼ਮੀਨ ਵਾਹੁੰਦਾ ਸੀਗਾ, ਜਿਸ ਵੀ ਟਾਈਮ ਉਹਦੇ ਕੋਲ ਕੋਈ ਟਰੈਕਟਰ ਨਹੀਂ ਸੀ, ਵਿਚਾਰੇ ਕੋਲੇ ਗਰੀਬ ਬੰਦਾ ਸੀਗਾ, ਜਦੋਂ ਉਹ ਖੇਤ ਜਾਂਦਾ ਸੀ ਲੈ ਕੇ ਕਿਰਾਇਆ ਟਰੈਕਟਰ, ਇਹ ਪੁਲਿਸ ਉਹਨੂੰ ਜਾ ਕੇ ਫੜ ਲਾਂਦੀ ਸੀਗੀ ਵੀ ਇਹਦਾ ਬਾਹਣਾ ਨਹੀਂ ਵਾਹਣਾ। ਉਹਦੀ 1.5 ਕਿੱਲਾ ਪੌਣੇ 2 ਕਿੱਲੇ ਵਿਹਲੀ ਪਈ ਤੀ ਜ਼ਮੀਨ, ਜੀਰੀ ਉਹ ਪਹਿਲਾਂ ਲਾਈ ਤੀ ਉਹਨੇ। ਉਦੋਂ ਬਾਅਦ ਪੁਲਿਸ ਨੇ ਉਹਨੂੰ ਵਾਹੁਣ ਨਹੀਂ ਦਿੱਤਾ। ਉਹਦੀ ਆਪਦੀ ਜ਼ਮੀਨ ਸੀ, ਦਾਦੇ ਲਾਹੀ ਉਹਦੀ ਜ਼ਮੀਨ ਹੈ, ਕੋਈ ਇਹ ਨਹੀਂ ਹੈਗਾ ਵੀ ਉਹਨੇ ਕੋਈ ਮੁੱਲ ਲਈ ਆ ਜਾਂ ਕੋਈ ਹੋਰ ਹੈ, ਵਿਰਾਸਤੀ ਜ਼ਮੀਨ ਮਿਲੀ ਹੋਈ ਸੀਗੀ। ਦਰਸ਼ਨ ਸਿੰਘ ਦੇ ਕੇਰਾ ਪਰਚਾ ਦੇ ਵੀ ਦਿੱਤਾ ਸੀ ਪੁਲਿਸ ਨੇ, ਉਹ ਵਾਹੁਣਾ ਚਾਹੁੰਦਾ ਸੀਗਾ। ਪਰ ਕੱਲ੍ਹ ਉਹ ਪੁਲਿਸ ਦੇ ਘੱਟੋ ਘੱਟ 10 ਮੁਲਾਜ਼ਮ ਦੇ SHO ਨਾਲ ਸੀਗਾ, ਉੱਥੇ ਜਾ ਕੇ ਬੋਗਾ ਸਿੰਘ ਨਾਲ ਮਤਲਬ ਧੱਕੇਬਾਜ਼ੀ ਕਰਨ ਲੱਗ ਗਿਆ ਵੀ ਤੂੰ ਗਲਤ ਵਾਹ ਰਿਹਾ। ਉਹ ਕਹਿੰਦਾ ਵੀ ਮੇਰੀ ਜ਼ਮੀਨ ਹੈ ਜੀ, ਮੈਂ ਵਾਹ ਰਿਹਾ। ਤੇ ਕਹਿੰਦੇ ਵੀ ਤੁਸੀਂ ਬਾਹਰ ਜਾਓ, ਕਹਿੰਦਾ ਮੈਂ ਬਾਹਰ ਜਾਣਾ ਨਹੀਂ ਹੈਗਾ, ਮੇਰੀ ਜ਼ਮੀਨ ਆਪਦੀ ਆ, ਤੁਸੀਂ ਜੇ ਉਹਦੇ ਕੋਈ ਪ੍ਰੂਫ ਹੈ, ਕੋਈ ਸਟੇ ਹੈ ਉਹਦੇ ਕੋਲ ਤਾਂ ਸਾਨੂੰ ਦਿਖਾ ਦਿਓ। ਉਹਨਾਂ ਨੇ SHO ਸਾਹਿਬ ਨੇ DSP ਦਾ ਨਾਮ ਲਿਆ, ਕਹਿੰਦੇ ਡਿਪਟੀ ਸਾਹਿਬ ਦਾ ਰੋਕਿਆ ਹੋਇਆ। ਸਾਡੀ ਡਿਪਟੀ ਸਾਹਿਬ ਨਾਲ ਵੀ ਫੋਨ ਤੇ ਗੱਲ ਹੋ ਗਈ, ਉਹ ਕਹਿੰਦੇ ਮੇਰਾ ਕੋਈ ਰੋਕਿਆ ਨਹੀਂ ਹੋਇਆ। ਉਸ ਤੋਂ ਬਾਅਦ ਬੋਗਾ ਸਿੰਘ ਨੇ ਜਿਹੜਾ ਉਹ ਹੈ ਆਪਦੇ ਕੋਠੇ 'ਚ ਜਾ ਕੇ ਸਪਰੇਅ ਹੈ ਉਹ ਪੀ ਲਈ ਸੀਗੀ। ਉਹ ਪੁਲਿਸ ਹੀ ਉਹਨੂੰ ਲੈ ਕੇ ਆਈ ਹੈਗੀ, ਬਾਕੀ ਤਾਂ ਸਾਰੀ ਵੀਡੀਓ ਬਣੀ ਹੈ ਲੋਕਾਂ ਦੇ ਸਾਹਮਣੇ ਜੀ। ਸਾਡਾ ਪਿੰਡ ਆਲਮਪੁਰ ਬੋਦਲਾ, ਅਸੀਂ ਆਪਦੇ ਹੀ ਵਾਹਣ ਵਾਰੇ ਸੀ, 2.25 ਕਿੱਲਿਆਂ ਤੋਂ ਘੱਟ ਹੈ।
ਉੱਥੇ ਹੀ ਪੁਲਿਸ ਵਗੀ ਮੌਕੇ ਤੇ। ਉਹ ਹੋਰ ਬੰਦਿਆਂ ਨੂੰ ਭਾਦੜੇ ਦੇ ਨਾਲ ਲੈ ਕੇ ਗਏ ਨੇ। ਉਹ ਸਾਨੂੰ ਜਾ ਕੇ ਡਰਾਇਆ ਧਮਕਾਇਆ, ਇਹਨਾਂ ਦੇ ਮਗਰ ਵੀ SHO ਪਿਆ। ਉਦੋਂ ਬਾਅਦ ਇਹ ਵਾਕਾ ਹੁੰਦਾ ਜੀ। ਪੁਲਿਸ ਵਾਲੇ ਉਹਦੀ ਵੀ ਮਦਦ ਕਰ ਰਹੇ ਨੇ, ਪੈਸੇ ਤੇ ਚੱਲਦੇ ਨੇ ਪੁਲਿਸ ਵਾਲਿਆਂ ਦੀ ਜੇਬਾਂ ਭਰ ਦਿੰਦਾ ਜੀ ਜਾ ਕੇ ਸਾਨੂੰ। ਕਦੇ 7 ਮੰਜੇ ਦੇ ਜਵਾਨਤਾਂ ਕਰ ਦਿੰਦਾ, ਕਦੇ ਕਿਵੇਂ ਕਦੇ ਕਿਵੇਂ ਜੀ। ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ, ਮੇਰਾ ਤਾਂ ਸਾਰਾ ਘਰ ਉੱਜੜ ਗਿਆ, ਸਲਮਾਈ ਤਾਂ ਹੋਵੇ ਨਾ ਕੋਈ। ਇਹ ਜੀ ਮੇਰਾ ਰਿਸ਼ਤੇਦਾਰ ਜੀ, ਸਾਲਾ ਜੀ, ਆਲਮਪੁਰ ਤੋਂ ਜੀ। ਇਹਨੂੰ ਜੀ SHO ਨੇ ਆ ਕੇ ਜੀ ਤੰਗ ਕਰਿਆ ਜੀ ਪੂਰਾ ਜੀ, ਮਗਰ ਪਿਆ ਜੀ, ਲਫੇੜੇ ਲਫੂੜੇ ਮਾਰਨ ਪਿਆ। ਕਬਜ਼ਾ ਦਰਸ਼ਨ ਸਿੰਘ ਨੂੰ ਦਬਾਉਂਦਾ ਸੀ, ਇਹਨਾਂ ਦੀ ਕੋਈ ਸੁਣੀ ਨਹੀਂ ਜੀ। ਗਰੀਬ ਬੰਦਾ ਜੀ, ਇਹ ਤੰਗ ਕਰ ਰਿਹਾ ਜੀ, ਬਹੁਤ ਜ਼ਿਆਦਾ ਤੰਗ ਕਰ ਰਿਹਾ ਜੀ। ਕਿੰਨੀ ਜ਼ਮੀਨ ਦਾ ਰੌਲਾ ਤੁਹਾਡਾ? 2.25 ਕਿੱਲੇ ਤੋਂ ਘੱਟ ਆ ਜੀ ਥੋੜਾ ਜਿਹਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਭਲਕੇ 16 ਦਸੰਬਰ ਨੂੰ ਹੋਵੇਗੀ ਮੋਦੀ ਕੈਬਨਿਟ ਦੀ ਬੈਠਕ। ਮੀਟਿੰਗ 'ਚ ਨਵੇਂ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਹੋ ਸਕਦੀ ਹੈ ਚਰਚਾ। ਖੇਤੀਬਾੜੀ ਮੰਤਰੀ ਤੋਮਰ ਦਾ ਬਿਆਨ, ਕਿਸਾਨਾਂ ਨਾਲ ਗੱਲਬਾਤ ਲਈ ਸਰਕਾਰ ਹਮੇਸ਼ਾ ਤਿਆਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਖੇਤੀ ਕਾਨੂੰਨਾਂ ਨੂੰ ਦੱਸਿਆ ਕਿਸਾਨਾਂ ਲਈ ਲਾਹੇਵੰਦ। ਪ੍ਰਧਾਨ ਮੰਤਰੀ ਮੁਤਾਬਕ ਦਿੱਲੀ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵਿਰੋਧੀ ਧਿਰਾਂ ਭੜਕਾ ਰਹੀਆਂ ਨੇ। ਗੁਜਰਾਤ ਦੇ ਕੱਛ 'ਚ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ ਪ੍ਰਧਾਨ ਮੰਤਰੀ ਮੋਦੀ। ਦਿੱਲੀ ਦੇ ਟਿਕਰੀ ਬਾਰਡਰ ਤੇ ਕੱਲ੍ਹ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰ ਕਰਨਗੇ ਰੋਸ ਪ੍ਰਦਰਸ਼ਨ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਮੁਤਾਬਕ ਕਰੀਬ 3000 ਪਰਿਵਾਰ ਲੈਣਗੇ ਰੋਸ ਪ੍ਰਦਰਸ਼ਨ 'ਚ ਹਿੱਸਾ। ਸਰਕਾਰ ਨੂੰ ਵਿਖਾਈ ਜਾਵੇਗੀ ਕਿਸਾਨੀ ਧੰਦੇ ਨਾਲ ਜੁੜੇ ਪਰਿਵਾਰਾਂ ਦੀ ਅਸਲ ਤਸਵੀਰ। ਮੋਦੀ ਸਰਕਾਰ ਤੇ ਭੜਕਿਆ ਸਿੱਖ ਰੈਜੀਮੈਂਟ ਦਾ ਜਵਾਨ, ਬਠਿੰਡੇ ਵਿਖੇ ਲਿਆ ਰੋਸ ਪ੍ਰਦਰਸ਼ਨ 'ਚ ਹਿੱਸਾ। ਫੌਜੀ ਨੇ ਹੱਥ 'ਚ ਫੜੇ ਪੋਸਟਰ ਤੇ ਲਿਖਿਆ, ਜੇਕਰ ਮੇਰਾ ਪਿਤਾ ਅੱਤਵਾਦੀ ਤਾਂ ਮੈਂ ਵੀ ਹਾਂ ਅੱਤਵਾਦੀ। ਅਤੇ ਇੱਕ ਦਿੱਲੀ ਦੇ ਧਰਨੇ ਤੋਂ ਵਾਪਸ ਪਰਤ ਰਹੇ ਕਿਸਾਨਾਂ ਦੀ ਟਰੈਕਟਰ ਟਰਾਲੀ ਨਾਲ ਵਾਪਰਿਆ ਹਾਦਸਾ। ਟਰੱਕ ਨੇ ਮਾਰੀ ਟਰੈਕਟਰ ਟਰਾਲੀ 'ਚ ਟੱਕਰ, 2 ਕਿਸਾਨਾਂ ਦੀ ਹੋਈ ਮੌਤ, ਕਈ ਜ਼ਖਮੀ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ TV ਪੰਜਾਬ।